वारदात ਦੇ ਵਿੱਚ ਇਸ ਇਕੱਲੇ ਬੰਦੇ ਦੀ ਸ਼ਮੂਲੀਅਤ ਸਾਹਮਣੇ ਆਈ ਹੈ। ਇਹ ਵੀਲ ਚੇਅਰ ਦੇ ਉੱਪਰ ਜਿਹੜੀ ਸੇਫ ਲੈ ਕੇ ਗੱਡੀ ਦੇ ਵਿੱਚ ਲੋਡ ਕਰਕੇ ਇੱਥੋਂ ਚੋਰੀ ਕਰਕੇ ਲੈ ਕੇ ਗਿਆ ਸੀ। ਇੱਥੇ ਸੁਵਿਧਾ ਕੇਂਦਰ ਜਿਹੜਾ ਹੈਗਾ ਕਾਫੀ ਸੁਰੱਖਿਆ ਪ੍ਰਬੰਧਾਂ ਵਾਲੇ ਏਰੀਏ ਦੇ ਵਿੱਚ ਹੈਗਾ। ਇੱਥੇ ADGP ਸਾਹਿਬ ਬੈਠਦੇ, SSP ਸਾਹਿਬ ਤੇ ਵਿਜੀਲੈਂਸ ਦਫ਼ਤਰ ਹੈ, ਹੋਰ ਕਾਫੀ ਸਾਰੇ ਜਿਹੜੇ ਇੱਥੇ ਗਾਰਡ ਵੀ ਲੱਗੀ ਰਹਿੰਦੀ ਹੈ। ਇਸ ਦੇ ਬਾਵਜੂਦ ਇਕੱਲਾ ਬੰਦਾ ਆਉਂਦਾ ਹੈਗਾ ਤੇ ਕਿਤੇ ਨਾ ਕਿਤੇ ਸੁਰੱਖਿਆ ਪ੍ਰਬੰਧਾਂ ਤੇ ਕੋਈ ਸਵਾਲੀਆ ਨਿਸ਼ਾਨ ਨਹੀਂ ਲੱਗਦਾ। ਡਿਊਟੀ ਤੋਂ ਬਾਅਦ ਜਦੋਂ ਆਉਂਦੇ ਆ ਉਹਨਾਂ ਦੀ ਸਪੈਸ਼ਲ ਚੈਕਿੰਗ ਹੁੰਦੀ ਹੈ, ਬਟ ਕਿਉਂਕਿ ਇਹ ਬੰਦਾ ਜਿਹੜਾ ਸੀਗਾ ਇਸ ਕੰਪਨੀ ਦਾ ਮੁਲਾਜ਼ਮ ਸੀਗਾ, ਡੇਲੀ ਆਉਂਦਾ ਸੀਗਾ ਜਾਂਦਾ ਸੀਗਾ, ਸਾਰੇ ਬੰਦੇ ਇਸ ਨੂੰ ਜਾਣਦੇ ਸੀਗੇ, ਇਸ ਕਰਕੇ ਜਿਹੜਾ ਹੈਗਾ ਇਹਨੂੰ ਜ਼ਿਆਦਾ ਕੁਐਸਚਨਿੰਗ ਨਹੀਂ ਹੋਈ। 8 ਵਜੇ ਦੇ ਕਰੀਬ ਈਵਨਿੰਗ ਦੇ ਵਿੱਚ ਵਾਪਸ ਆਇਆ ਸੀਗਾ ਆਪਣੀ ਗੱਡੀ ਲੈ ਕੇ, ਤੇ ਵੀਲ ਚੇਅਰ ਦੇ ਉੱਪਰ ਰੱਖ ਕੇ ਉਸਨੇ ਸੇਫ ਜਿਹੜੀ ਵੀਲ ਚੇਅਰ ਅੰਦਰ ਹੀ ਮੌਜੂਦ ਹੁੰਦੀ ਹੈ ਉਹਦੇ ਉੱਪਰ ਸੇਫ ਲੋਡ ਕਰਕੇ ਆਪਣੀ ਗੱਡੀ ਦੇ ਵਿੱਚ ਇਸਨੇ ਰੱਖੀ। ਉਸ ਤੋਂ ਬਾਅਦ ਵੀਲ ਚੇਅਰ ਵਾਪਸ ਛੱਡ ਕੇ ਤੇ ਜਿਹੜਾ ਸੰਗਲ ਇਸਨੇ ਤੋੜਿਆ ਸੀਗਾ ਐਂਟਰੀ ਕਰਨ ਵੇਲੇ, ਉਹ ਸੰਗਲ ਖੋਲ੍ਹਿਆ ਸੀਗਾ ਲੋਕ, ਉਹ ਲੋਕ ਸੰਗਲ ਤੇ DVR ਤੇ ਨਾਲ ਸੇਫ ਲੈ ਕੇ ਗੱਡੀ ਦੇ ਵਿੱਚ ਲੈ ਕੇ ਫਰਾਰ ਹੋ ਗਿਆ ਸੀ। ਇਸ ਤੋਂ ਇਲਾਵਾ ਜਿਹੜੀ ਉਹਨੇ ਗੱਡੀ ਯੂਜ਼ ਕੀਤੀ ਸੀਗੀ ਚੋਰੀ ਦੀ ਵਾਰਦਾਤ ਸਮੇਂ, ਉਹ ਗੱਡੀ ਵੀ ਜਿਹੜੀ ਹੈਗੀ ਹੈ ਉਸ ਮੁਕੱਦਮੇ ਦੇ ਵਿੱਚ ਬਰਾਮਦ ਕਰ ਲਈ ਗਈ ਹੈ ਕਿ 24 ਘੰਟਿਆਂ ਦੇ ਵਿੱਚ ਵਾਰਦਾਤ ਟਰੇਸ ਹੋ ਗਈ ਤੇ ਇਸ ਤੋਂ ਇਲਾਵਾ ਜਿਹੜਾ ਕੈਸ਼ ਚੋਰੀ ਹੋਇਆ ਸੀਗਾ ਉਹ ਸਾਰਾ ਬਰਾਮਦ ਹੋ ਗਿਆ। ਲੁਧਿਆਣਾ ਤੋਂ ਬਾਅਦ ਬਠਿੰਡਾ ਦੇ ਸੁਵਿਧਾ ਕੇਂਦਰ ਵਿੱਚ ਲੱਖਾਂ ਰੁਪਏ ਦੀ ਹੋਈ ਚੋਰੀ ਨੇ ਪੰਜਾਬ ਪੁਲਿਸ ਲਈ ਸਿਰਦਰਦੀ ਪੈਦਾ ਕਰ ਦਿੱਤੀ ਸੀ, ਪਰੰਤੂ ਪੁਲਿਸ ਨੇ 24 ਘੰਟਿਆਂ ਦੇ ਵਿੱਚ ਹੀ ਇਸ ਮਸਲੇ ਨੂੰ ਹੱਲ ਕਰ ਲਿਆ। ਨਾ ਸਿਰਫ ਮਸਲੇ ਨੂੰ ਹੱਲ ਕਰ ਲਿਆ, ਬਲਕਿ ਕਿਤੇ ਤੋਂ ਦੋਸ਼ੀ ਜੋ ਕਿ ਉਹ ਸੁਵਿਧਾ ਕੇਂਦਰ ਦਾ ਮੁਲਾਜ਼ਮ ਹੈ ਉਸ ਨੂੰ ਵੀ ਕਾਬੂ ਕਰ ਲਿਆ ਤੇ ਉਸ ਦੇ ਕੋਲੋਂ ਲੱਖਾਂ ਰੁਪਏ ਦੇ ਵਿੱਚ ਚੋਰੀ ਹੋਈ ਜਿਹੜੀ ਨਕਦੀ ਉਹ ਵੀ ਬਰਾਮਦ ਕਰ ਲਈ ਗਈ ਆ। ਸਾਡੇ ਨਾਲ ਇਸ ਟਾਈਮ ਬਠਿੰਡਾ SP ਸਿਟੀ ਮੌਜੂਦ ਹੈ ਨਰਿੰਦਰ ਜੀ, ਇਹਨਾਂ ਨੇ ਹੁਣੇ ਹੀ ਖੁਲਾਸਾ ਕੀਤਾ ਇਸ ਮਾਮਲੇ ਦਾ। SP ਸਾਹਿਬ ਥੋੜ੍ਹਾ ਜਿਹਾ ਸੰਖੇਪ ਦੇ ਵਿੱਚ ਦੱਸੋਗੇ ਕਿ ਕਹਾਣੀ ਕੀ ਸੀ, ਕੌਣ ਨਿਕਲਿਆ ਮਾਮਲੇ 'ਚ? ਦੇਖੋ, ਮਾਨਯੋਗ SSP ਬਠਿੰਡਾ ਸ਼੍ਰੀ ਗੁਰਨੀਤ ਸਿੰਘ ਖੁਰਾਣਾ IPS, ਉਹਨਾਂ ਦੀ ਹਦਾਇਤਾਂ ਮੁਤਾਬਕ ਕੱਲ੍ਹ ਜਦੋਂ ਚੋਰੀ ਦੀ ਵਾਰਦਾਤ ਸਾਨੂੰ ਰਿਪੋਰਟ ਹੋਈ ਤਾਂ SSP ਸਾਹਿਬ ਵੱਲੋਂ ਇਹਦੀ ਵਾਰਦਾਤ ਨੂੰ ਟਰੇਸ ਕਰਨ ਸੰਬੰਧੀ ਵੱਖ-ਵੱਖ ਟੀਮਾਂ ਗਠਿਤ ਕੀਤੀਆਂ ਗਈਆਂ, ਜਿਹਦੇ ਵਿੱਚ CIA 1 ਟੀਮ ਬਠਿੰਡਾ ਨੂੰ ਉਸ ਵੇਲੇ ਵੱਡੀ ਸਫਲਤਾ ਹਾਸਲ ਹੋਈ, ਜਿਹਦੇ ਵਿੱਚ ਇਸ ਮੁਕੱਦਮੇ ਦਾ ਦੋਸ਼ੀ ਗੁਰਵੰਤ ਸਿੰਘ, ਜਿਸ ਨੂੰ ਕਿ ਬਠਿੰਡਾ ਡੱਬ ਵਾਲੀ ਰੋਡ ਤੋਂ ਅੱਜ ਗ੍ਰਿਫਤਾਰ ਕੀਤਾ ਗਿਆ। ਗ੍ਰਿਫਤਾਰੀ ਉਪਰੰਤ ਉਹਦੇ ਕੋਲੋਂ ਚੋਰੀ ਹੋਇਆ ਕੈਸ਼ 18,23,000 ਰੁਪਏ, ਜੋ ਉਸਨੇ DVR ਸੀਗਾ, DVR ਐਂਡ ਜਿਹੜਾ ਉਸਨੇ ਲੋਕ ਤੋੜੇ ਸੀਗੇ ਉਹ ਲੋਕ ਉਹਦੀ ਪੋਜੀਸ਼ਨ ਦੇ ਵਿੱਚੋਂ ਬਰਾਮਦ ਹੋਏ। ਇਸ ਤੋਂ ਇਲਾਵਾ ਜਿਹੜੀ ਉਹਨੇ ਗੱਡੀ ਯੂਜ਼ ਕੀਤੀ ਸੀਗੀ ਚੋਰੀ ਦੀ ਵਾਰਦਾਤ ਸਮੇਂ, ਉਹ ਗੱਡੀ ਵੀ ਜਿਹੜੀ ਹੈਗੀ ਹੈ ਉਸ ਮੁਕੱਦਮੇ ਦੇ ਵਿੱਚ ਬਰਾਮਦ ਕਰ ਲਈ ਗਈ ਹੈ। ਹੁਣ ਇਸ ਵਾਰਦਾਤ ਨੂੰ ਟਰੇਸ ਕਰ ਲਿਆ ਗਿਆ ਹੈ। ਇਹਦੇ ਵਿੱਚ ਤਕਰੀਬਨ ਖੁਸ਼ੀ ਦੀ ਗੱਲ ਇਹ ਹੈ ਕਿ 24 ਘੰਟਿਆਂ ਦੇ ਵਿੱਚ ਵਾਰਦਾਤ ਟਰੇਸ ਹੋ ਗਈ ਤੇ ਇਸ ਤੋਂ ਇਲਾਵਾ ਜਿਹੜਾ ਕੈਸ਼ ਚੋਰੀ ਹੋਇਆ ਸੀਗਾ ਉਹ ਸਾਰਾ ਬਰਾਮਦ ਹੋ ਗਿਆ। SP ਸਾਹਿਬ, ਇਸ ਮਾਮਲੇ ਦੇ ਵਿੱਚ ਇਕੱਲਾ ਗੁਰਵੰਤ ਸਿੰਘ ਸੀਗਾ ਮੁਜਰਮ, ਉਹੀ ਦੋਸ਼ੀ ਪਾਇਆ ਗਿਆ ਜਾਂ ਉਹਦੇ ਨਾਲ ਕੋਈ ਹੋਰ ਵੀ ਸਹਾਇਕ ਸੀਗਾ? ਤੇ ਦੂਜਾ ਜਿਹੜਾ ਕਹਿੰਦੇ ਚੋਰੀ ਨਕਦੀ ਸੀ ਜਿਹੜੀ ਜ਼ਿਆਦਾ ਸੀਗੀ, ਉਹ ਸਾਰੀ ਬਰਾਮਦਗੀ ਹੋ ਗਈ? ਦੇਖੋ, ਅਜੇ ਜਿਹੜੀ ਇਹਦੇ ਮੁਤਾਬਕ ਸਾਡੇ ਵੱਲੋਂ 18,30,000 ਰੁਪਏ ਬਰਾਮਦ ਹੋਇਆ। ਇਸ ਤੋਂ ਇਲਾਵਾ ਰਿਮਾਂਡ ਲੈ ਕੇ ਅੱਗੇ ਦੀ ਪੁੱਛਗਿੱਛ ਕੀਤੀ ਜਾਊਗੀ। ਕੁਛ ਨੇ ਖਰਚ ਕੀਤਾ ਹੋਇਆ, ਦੈਟ ਵਿਲ ਬੀ ਟੇਕਨ ਔਨ ਕੇਸ ਫਾਈਲ। ਇਹ ਫਿਲਹਾਲ ਜਿਹੜੀ ਹੈਗੀ ਹੈ ਵਾਰਦਾਤ ਦੇ ਵਿੱਚ ਇਸ ਇਕੱਲੇ ਬੰਦੇ ਦੀ ਸ਼ਮੂਲੀਅਤ ਸਾਹਮਣੇ ਆਈ ਹੈ। ਇਹ ਵੀਲ ਚੇਅਰ ਦੇ ਉੱਪਰ ਜਿਹੜੀ ਸੇਫ ਲੈ ਕੇ ਗੱਡੀ ਦੇ ਵਿੱਚ ਲੋਡ ਕਰਕੇ ਤੇ ਚੋਰੀ ਕਰਕੇ ਲੈ ਕੇ ਗਿਆ ਸੀਗਾ। ਅੱਛਾ, ਇੱਕ ਇਹ ਵੀ ਹੈ ਸਵਾਲ ਜੀ ਕਿ ਜਿੱਦਾਂ ਇੱਥੇ ਸੁਵਿਧਾ ਕੇਂਦਰ ਜਿਹੜਾ ਹੈਗਾ ਕਾਫੀ ਸੁਰੱਖਿਆ ਪ੍ਰਬੰਧਾਂ ਵਾਲੇ ਏਰੀਏ ਦੇ ਵਿੱਚ ਹੈਗਾ। ਇੱਥੇ ADGP ਸਾਹਿਬ ਬੈਠਦੇ, SSP ਸਾਹਿਬ ਤੇ ਵਿਜੀਲੈਂਸ ਦਫ਼ਤਰ ਹੈ, ਹੋਰ ਕਾਫੀ ਸਾਰੇ ਜਿਹੜੇ ਇੱਥੇ ਗਾਰਡ ਵੀ ਲੱਗੀ ਰਹਿੰਦੀ ਹੈ। ਇਸ ਦੇ ਬਾਵਜੂਦ ਇਕੱਲਾ ਬੰਦਾ ਆਉਂਦਾ ਹੈਗਾ ਤੇ ਕਿਤੇ ਨਾ ਕਿਤੇ ਸੁਰੱਖਿਆ ਪ੍ਰਬੰਧਾਂ ਤੇ ਕੋਈ ਸਵਾਲੀਆ ਨਿਸ਼ਾਨ ਨਹੀਂ ਲੱਗਦਾ? ਦੇਖੋ, ਵੈਸੇ ਜਿਹੜੀ ਹੈਗੀ ਰੂਟੀਨ ਦੇ ਵਿੱਚ ਜਿਹੜਾ ਬੰਦਾ ਔਡ ਆਵਰਸ ਦੇ ਵਿੱਚ ਡਿਊਟੀ ਤੋਂ ਬਾਅਦ ਜਦੋਂ ਆਉਂਦੇ ਆ ਉਹਨਾਂ ਦੀ ਸਪੈਸ਼ਲ ਚੈਕਿੰਗ ਹੁੰਦੀ ਹੈ, ਬਟ ਕਿਉਂਕਿ ਇਹ ਬੰਦਾ ਜਿਹੜਾ ਸੀਗਾ ਇਸ ਕੰਪਨੀ ਦਾ ਮੁਲਾਜ਼ਮ ਸੀਗਾ, ਡੇਲੀ ਆਉਂਦਾ ਸੀਗਾ ਜਾਂਦਾ ਸੀਗਾ, ਸਾਰੇ ਬੰਦੇ ਇਸ ਨੂੰ ਜਾਣਦੇ ਸੀਗੇ, ਇਸ ਕਰਕੇ ਜਿਹੜਾ ਹੈਗਾ ਇਹਨੂੰ ਜ਼ਿਆਦਾ ਕੁਐਸਚਨਿੰਗ ਨਹੀਂ ਹੋਈ, ਜਿਸ ਕਰਕੇ ਜਿਹੜਾ ਹੈਗਾ ਚੋਰੀ ਨੂੰ ਵਾਰਦਾਤ ਨੂੰ ਮਤਲਬ ਅੰਜਾਮ ਦੇਣ ਦੇ ਵਿੱਚ ਕਾਮਯਾਬ ਹੋ ਸਕਿਆ। ਅੱਛਾ, ਇੱਕ ਸੰਖੇਪ ਦੇ ਵਿੱਚ ਥੋੜ੍ਹਾ ਜਿਹਾ ਵੀ ਜਾਣਕਾਰੀ ਦੇ ਦੋਗੇ? ਇਸ ਬੰਦੇ ਨੇ ਕੱਲਾ ਜਿਹੜਾ ਕਿ ਤੁਸੀਂ ਦੱਸਿਆ ਕਿ ਹੁਣ ਤੱਕ ਜਿਹੜੀ ਜਾਂਚ ਹੋਈ ਉਹਦੇ ਵਿੱਚ ਕੱਲਾ ਮੁਜਰਮ ਪਾਇਆ ਗਿਆ, ਉਹਨੇ ਕਿਸ ਤਰ੍ਹਾਂ ਜਿਹੜੀ ਵਾਰਦਾਤ ਨੂੰ ਅੰਜਾਮ ਦਿੱਤਾ, ਕੀ ਕਹਾਣੀ ਉਹਨੇ ਜਿਹੜੀ ਲਿਖੀ ਸੀਗੀ? ਦੇਖੋ, ਤਕਰੀਬਨ 8 ਵਜੇ ਦੇ ਕਰੀਬ ਈਵਨਿੰਗ ਦੇ ਵਿੱਚ ਵਾਪਸ ਆਇਆ ਸੀਗਾ ਆਪਣੀ ਗੱਡੀ ਲੈ ਕੇ, ਤੇ ਵੀਲ ਚੇਅਰ ਦੇ ਉੱਪਰ ਰੱਖ ਕੇ ਉਸਨੇ ਸੇਫ ਜਿਹੜੀ ਵੀਲ ਚੇਅਰ ਅੰਦਰ ਹੀ ਮੌਜੂਦ ਹੁੰਦੀ ਹੈ ਉਹਦੇ ਉੱਪਰ ਸੇਫ ਲੋਡ ਕਰਕੇ ਆਪਣੀ ਗੱਡੀ ਦੇ ਵਿੱਚ ਇਸਨੇ ਰੱਖੀ। ਉਸ ਤੋਂ ਬਾਅਦ ਵੀਲ ਚੇਅਰ ਵਾਪਸ ਛੱਡ ਕੇ ਤੇ ਜਿਹੜਾ ਸੰਗਲ ਇਸਨੇ ਤੋੜਿਆ ਸੀਗਾ ਐਂਟਰੀ ਕਰਨ ਵੇਲੇ, ਉਹ ਸੰਗਲ ਖੋਲ੍ਹਿਆ ਸੀਗਾ ਲੋਕ, ਉਹ ਲੋਕ ਸੰਗਲ ਤੇ DVR ਤੇ ਨਾਲ ਸੇਫ ਲੈ ਕੇ ਗੱਡੀ ਦੇ ਵਿੱਚ ਲੈ ਕੇ ਫਰਾਰ ਹੋ ਗਿਆ ਸੀਗਾ। ਅੱਛਾ, ਇੱਕ
ਲਾਸਟ ਸਵਾਲ ਐਸਪੀ ਸਾਹਿਬ, ਜਿਸ ਤਰ੍ਹਾਂ ਕਿ ਕੰਪਨੀ ਦੇ ਜਿਹੜੀ ਕਾਫੀ ਕੰਪਨੀ ਦੇ ਕੈਸ਼ ਆ ਜਿਹੜਾ ਸਾਰਿਆਂ ਨੂੰ ਪਹਿਲੀ ਵਾਰ ਪਤਾ ਲੱਗਾ ਕਿ ਲੱਖਾਂ ਰੁਪਈਆਂ ਦੀ ਜਿਹੜੀ ਗਿਣਤੀ ਦੇ ਵਿੱਚ ਕੈਸ਼ ਇਹਨਾਂ ਨੇ ਕੋਲੇ ਰੱਖਿਆ ਹੋਇਆ ਸੀ, ਲਾਪਰਵਾਹੀ ਇੱਕ ਤਰ੍ਹਾਂ ਆਪਾਂ ਕਹਿ ਸਕਦੇ ਸਾਹਮਣੇ ਆਈ ਹੈ, ਪੁਲਿਸ ਨੂੰ ਵਕਤ ਪਿਆ ਹੈਗਾ, ਲੋਕਾਂ ਦੀਆਂ ਜਿਹੜੀਆਂ ਸਮਾਜ ਦੀਆਂ ਵੀ ਨਜ਼ਰਾਂ ਇਹਦੇ ਲੱਗੀਆਂ ਰਹੀਆਂ, ਤੁਹਾਨੂੰ ਕੋਈ ਲੱਗਿਆ ਜਿਹੜੀ ਕਿ ਲਾਪਰਵਾਹੀ ਹੋਈ ਹੈ ਜਿਹਦੇ ਕਰਕੇ ਪੁਲਿਸ ਪ੍ਰਸ਼ਾਸਨ ਨੂੰ ਜਿਹੜੀ ਆਪਣੀ ਸਾਰੀ ਐਨਰਜੀ ਹੈ ਜਿਹੜੀ ਹੋਰ ਕੰਮਾਂ ਤੇ ਲਾਉਣੀ ਸੀਗੀ ਇਸ ਤੇ ਲੱਗੀ ਹੈ, ਕੋਈ ਉਹਨਾਂ ਨੂੰ ਵੀ ਕੋਈ ਨੋਟਿਸ ਵਗੈਰਾ ਜਾਂ ਉਹਨਾਂ ਦੀ ਕੋਈ ਲਾਪਰਵਾਹੀ ਦੇ ਮਾਮਲੇ ਦੇ ਵਿੱਚ ਕੁਝ ਕੀਤਾ ਜਾ ਰਿਹਾ? ਦੇਖੋ, ਇਹ ਮਾਮਲਾ ਜਿਹੜਾ ਸੀਨੀਅਰ ਅਫੀਸਰ ਦੇ ਧਿਆਨ ਵਿੱਚ ਲਿਆ ਦਿੱਤਾ ਗਿਆ ਹੈ। ਮਾਨਯੋਗ ਐਸਐਸਪੀ ਸਾਹਿਬ ਬਠਿੰਡਾ ਵੱਲੋਂ ਇਸ ਸੰਬੰਧੀ ਜਿਹੜੀ ਹੈਗੀ ਅੱਗੇ ਕਾਰਵਾਈ ਕੀਤੀ ਜਾਊਗੀ, ਬਿਕੋਜ਼ ਜਿਹੜੀ ਸੇਫ ਸੀਗੀ ਉਹ ਲੂਜ਼ ਸੀਗੀ, ਉਹ ਕਿਸੇ ਨਾਲ ਅਟੈਚ ਨਹੀਂ ਸੀਗੀ, ਤੇ ਇਸ ਤੋਂ ਇਲਾਵਾ ਵੀ ਜੇਕਰ ਕੈਸ਼ ਜਮ੍ਹਾਂ ਨਹੀਂ ਹੁੰਦਾ ਤਾਂ ਉਹ ਦੈਟ ਵਿਲ ਬੀ ਪਲੇਸਡ ਇਨ ਸੇਫ ਕਸਟਡੀ। ਤੋ ਇਹ ਕੁਛ ਪੁਆਇੰਟ ਆਊਟ ਹੋਈਆਂ ਚੀਜ਼ਾਂ ਜੋ ਮਾਨਯੋਗ ਐਸਐਸਪੀ ਸਾਹਿਬ ਦੇ ਧਿਆਨ ਦੇ ਵਿੱਚ ਲਿਆਂਦੀਆਂ ਗਈਆਂ ਨੇ, ਉਹਨਾਂ ਵੱਲੋਂ ਅੱਗੇ ਜੋ ਹੈਗੀ ਫਰਦਰ ਨੈਸੈਸਰੀ ਐਕਸ਼ਨ ਲਿਆ ਜਾ ਰਿਹਾ। ਇਹ ਸਨ ਐਸਪੀ ਸਿਟੀ ਨਰਿੰਦਰ ਸਿੰਘ, ਜਿਨ੍ਹਾਂ ਨੇ ਕਾਫੀ ਵਿਸਤਾਰ ਦੇ ਵਿੱਚ ਦੱਸਿਆ ਕਿ ਘਟਨਾ ਨੂੰ ਕਿਸ ਨੇ ਅੰਜਾਮ ਦਿੱਤਾ ਸੀ ਤੇ ਕਿਸ ਤਰ੍ਹਾਂ ਅੰਜਾਮ ਦਿੱਤਾ ਸੀਗਾ, ਤੇ ਪਰੰਤੂ ਜਿਹੜੇ 24 ਘੰਟਿਆਂ ਦੇ ਵਿੱਚ ਬੇਸ਼ੱਕ ਵਾਰਦਾਤ ਆ ਜਿਹੜੀ ਸੋਲਵ ਹੋ ਗਈ, ਇਹਦਾ ਹੱਲ ਹੋ ਗਿਆ, ਪਰ ਇਸ ਘਟਨਾ ਨੇ ਕਾਫੀ ਸਾਰੇ ਜਿਹੜੇ ਸਵਾਲੀਆ ਨਿਸ਼ਾਨ ਹੈ ਉਹ ਨਾ ਸਿਰਫ ਪੁਲਿਸ ਪ੍ਰਸ਼ਾਸਨ ਤੇ ਬਲਕਿ ਉਸ ਕੰਪਨੀ ਤੇ ਵੀ ਤੇ ਕੰਪਨੀ ਦੇ ਅਧਿਕਾਰੀਆਂ ਤੇ ਵੀ ਖੜੇ ਕੀਤੇ ਹੈ, ਜਿਨ੍ਹਾਂ ਦੀ ਲਾਪਰਵਾਹੀ ਦੇ ਕਾਰਨ ਇਹ ਜਿਹੜੀ ਸਾਰੀ ਘਟਨਾ ਵਾਪਰੀ ਹੈ। ਤੇ ਹੁਣ ਦੇਖਣਾ ਹੋਵੇਗਾ ਕਿ ਇਸ ਮਾਮਲੇ ਦੇ ਵਿੱਚ ਅੱਗੇ ਤੋਂ ਕੋਈ ਅਜਿਹੀਆਂ ਘਟਨਾਵਾਂ ਨਾ ਵਾਪਰਨ, ਉਸ ਦੇ ਲਈ ਪ੍ਰਸ਼ਾਸਨ ਵੱਲੋਂ ਤੇ ਖਾਸ ਕਰਕੇ ਪੁਲਿਸ ਅਧਿਕਾਰੀਆਂ ਵੱਲੋਂ ਕੀ ਕੀਤਾ ਜਾਵੇਗਾ। ਬਠਿੰਡਾ ਤੋਂ D5 ਚੈਨਲ ਲਈ ਸੁਖਜਿੰਦਰ ਮਾਨ ਦੀ ਰਿਪੋਰਟ। D5 ਚੈਨਲ ਪੰਜਾਬੀ ਤੇ ਹੋਵੇਗੀ ਭਖਦੇ ਮੁੱਦਿਆਂ ਦੀ ਗੱਲ। ਸਿਆਸੀ ਪਾਰਟੀਆਂ ਨੂੰ ਕਰਾਂਗੇ ਸਵਾਲ ਤਾਂ ਕਿ ਲੋਕ ਮਸਲੇ ਹੋਣ ਹੱਲ। 5 ਜੂਨ ਤੋਂ ਲੈ ਕੇ ਆ ਰਹੇ ਹਾਂ ਤੁਹਾਡੇ ਭਰੋਸੇ ਦੇ ਸਾਥੀ D5 ਚੈਨਲ ਪੰਜਾਬੀ ਤੇ ਪੰਜਾਬ ਡਿਬੇਟ। ਸੋਮਵਾਰ ਤੋਂ ਸ਼ੁੱਕਰਵਾਰ ਤੱਕ ਸ਼ਾਮੀ 6 ਵਜੇ ਤੋਂ 7 ਵਜੇ ਤੱਕ ਵੇਖਣਾ ਨਾ ਭੁੱਲਣਾ ਪੰਜਾਬ ਡਿਬੇਟ। ਨਿਡਰ ਹਾਂ, ਨਿਰਪੱਖ ਰਹਾਂਗੇ, ਆਜ਼ਾਦ ਹਾਂ, ਸੱਚ ਕਹਾਂਗੇ। ਗੱਲ ਕਰਾਂਗੇ ਸਿਆਸੀ ਹਵਾ ਦੀ, ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ। ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ। ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ। ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ। ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ। ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ। ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ। ਖੋਲਾਂਗੇ ਅੰਦਰੂਨੀ ਰਾਜ। ਬਣਾਂਗੇ ਬੁਲੰਦ ਆਵਾਜ਼। ਖੇਡ, ਸਿੱਖਿਆ, ਸਿਹਤ, ਖੇਤੀ ਦੀ ਬਾਤ ਪਾਵਾਂਗੇ। ਹਰ ਪਿੰਡ, ਹਰ ਸ਼ਹਿਰ ਜਾਵਾਂਗੇ। ਮਨੋਰੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ। ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਝਾਤ। ਕੀ ਨੇ ਸਾਡੇ ਕਾਨੂੰਨ, ਫਰਜ਼ ਤੇ ਅਧਿਕਾਰ? ਕੀ ਕਰਦੀ ਹੈ ਸਾਡੀ ਸਰਕਾਰ? ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ? D5 ਚੈਨਲ ਪੰਜਾਬੀ ਦੀ ਕਚਹਿਰੀ 'ਚ ਹੋਵੇਗੀ सिर्फ लोकां दी गल। धर्म, धरोहर, सेहत और संस्कृति की होगी बात। अब D5 चैनल हिंदी भी होगा सर। D5 चैनल पंजाबी, अपनी धरती, अपने लोक। सत श्री अकाल जी, मैं हाँ कुलराज रंधावा ते तुसी देख रहे हो D5 चैनल पंजाबी, जो लॉन्च हो चुका है हुण कैनेडा विच।